ਗੁੱਡ ਮਾਰਨਿੰਗ ਸਟੂਡੈਂਟਸ। ਆਪਾਂ ਪਿਛਲੀ ਵੀਡੀਓ ਦੇ ਵਿੱਚ ਕਨਸਟੀਟਿਊਸ਼ਨ ਦਾ ਮੀਨਿੰਗ ਕੀਤਾ ਸੀ। ਅੱਜ ਆਪਾਂ ਪ੍ਰੈਮਬਲ ਮਤਲਬ ਸੰਵਿਧਾਨ ਦੀ ਪ੍ਰਸਤਾਵਨਾ ਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਜੋ ਪ੍ਰਸਤਾਵਨਾ ਵਾ ਪ੍ਰੈਮਬਲ ਆ ਸੰਵਿਧਾਨ ਦੇ ਬਿਗਨਿੰਗ ਦੇ ਵਿੱਚ ਦਿੱਤੀ ਗਈ ਆ। ਜਿਹੜਾ ਆਪਣਾ ਕਨਸਟੀਟਿਊਸ਼ਨ ਆ ਉਹਦਾ ਫਸਟ ਪੇਜ ਆ, ਉਹਦੇ ਉੱਤੇ ਜਿਹੜੀ ਪ੍ਰੈਮਬਲ ਆ ਪ੍ਰਸਤਾਵਨਾ ਵਾ ਉਹ ਲਿਖੀ ਗਈ ਆ। ਜੇ ਕੋਈ ਵੀ ਪਰਸਨ ਕਨਸਟੀਟਿਊਸ਼ਨ ਨੂੰ ਸੰਵਿਧਾਨ ਨੂੰ ਪੜ੍ਹਨਾ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਉਹਨੂੰ ਜੋ ਪ੍ਰੈਮਬਲ ਆ ਉਹਨੂੰ ਪੜ੍ਹਨਾ ਪਊਗਾ, ਫਿਰ ਹੀ ਜਿਹੜਾ ਕਨਸਟੀਟਿਊਸ਼ਨ ਆ ਉਹਨੂੰ ਪੜ੍ਹ ਸਕਦਾ। ਪ੍ਰੈਮਬਲ ਆਫ ਦਾ ਕਨਸਟੀਟਿਊਸ਼ਨ ਇਜ਼ ਗਿਵਨ ਇਨ ਦਾ ਬਿਗਨਿੰਗ ਆਫ ਦਾ ਕਨਸਟੀਟਿਊਸ਼ਨ। ਜੋ ਪ੍ਰੈਮਬਲ ਆ ਪ੍ਰਸਤਾਵਨਾ ਵਾ ਸੰਵਿਧਾਨ ਦੇ, ਠੀਕ ਹੈ, ਬਿਗਨਿੰਗ ਮਤਲਬ ਸ਼ੁਰੂਆਤ ਦੇ ਵਿੱਚ ਦਿੱਤੀ ਗਈ ਆ। ਪ੍ਰੈਮਬਲ ਇਜ਼ ਦਾ ਡਾਕੂਮੈਂਟ ਇਨ ਵਿਚ ਮੇਨ objective ਐਂਡ ਬੇਸਿਕ ਗੋਲਸ ਆਫ ਦੀ ਕਨਸਟੀਟਿਊਸ਼ਨ ਆਰ ਗਿਵਨ। ਉਹ ਕਹਿ ਰਿਹਾ ਕਿ ਜੋ ਪ੍ਰਸਤਾਵਨਾ ਵਾ ਪ੍ਰੈਮਬਲ ਆ ਇੱਕ ਤਰ੍ਹਾਂ ਦਾ ਡਾਕੂਮੈਂਟ ਆ, ਦਸਤਾਵੇਜ਼ ਆ, ਜਿਹਦੇ ਵਿੱਚ ਸੰਵਿਧਾਨ ਦੇ ਕਨਸਟੀਟਿਊਸ਼ਨ ਦੇ ਜੋ ਮੇਨ ਉਦੇਸ਼ ਨੇ, ਠੀਕ ਹੈ, ਐਂਡ ਜੋ ਬੇਸਿਕ ਗੋਲਸ ਨੇ ਉਹ ਦਿੱਤੇ ਗਏ ਨੇ। ਅੱਗੇ ਹੈ ਦ ਪ੍ਰੈਮਬਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਬਿਗਨਸ ਵਿਦ ਦੀਜ਼ ਵਰਡ। ਜੋ ਪ੍ਰੈਮਬਲ ਆ ਇੰਡੀਅਨ ਕਨਸਟੀਟਿਊਸ਼ਨ ਦੀ ਉਹ ਇਹ ਵਾਲੇ ਵਰਡਸ ਤੋਂ ਸਟਾਰਟ ਹੁੰਦੀ ਆ। ਵੀ ਆਰ ਦੀ ਪੀਪਲ ਆਫ ਇੰਡੀਆ ਸੋਲਮਨੀ ਡਿਕਲੇਅਰ ਇੰਡੀਆ ਇਜ਼ ਸੋਵਰਜਨ ਮਤਲਬ ਪ੍ਰਭੂਸੱਤਾ ਸੰਪੰਨ, ਸੋਸ਼ਲਿਸਟ ਮਤਲਬ ਸਮਾਜਵਾਦੀ, ਸੈਕੂਲਰ ਮਤਲਬ ਧਰਮ ਨਿਰਪੱਖ, ਐਂਡ ਡੈਮੋਕ੍ਰੇਟਿਕ ਮਤਲਬ ਲੋਕਤੰਤਰੀ, ਰਿਪਬਲਿਕ ਮਤਲਬ ਗਣਰਾਜ්य। ਇਟ ਮੀਨਸ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ්य ਘੋਸ਼ਿਤ ਕਰਦੇ ਹਾਂ। ਹੁਣ ਆਪਾਂ ਇਹਨਾਂ ਸਾਰੇ ਜੋ ਆਪਾਂ ਵਰਡਸ ਕੀਤੇ ਨੇ ਇਹਨਾਂ ਦਾ ਡਿਟੇਲ ਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਹੈ ਸੋਵਰਜਨ। ਵਾਈ ਅ ਸੋਵਰਜਨ ਸਟੇਟ? ਵੀ ਮੀਨ ਅ ਸਟੇਟ which is completely independent both in its internal and external affair। ਮਤਲਬ ਸੋਵਰਜਨ ਦਾ ਮਤਲਬ ਉਹ ਹੁੰਦਾ ਉਹ ਵਾਲੀ ਸਟੇਟ ਜਿਹੜੀ ਆਪਣੇ ਇੰਟਰਨਲ ਅਤੇ ਐਕਸਟਰਨਲ ਅਫੇਅਰ ਦੇ ਵਿੱਚ ਪੂਰੀ ਤਰ੍ਹਾਂ ਵਾ ਇੰਡੀਪੈਂਡੈਂਟ ਆ, ਆਜ਼ਾਦ ਹੈ। ਮਤਲਬ ਜਿਵੇਂ ਉਹਨੇ ਕੋਈ ਆਪਣੇ ਦੇਸ਼ ਦੇ ਵਿੱਚ ਕੋਈ ਐਮਰਜੈਂਸੀ ਆ ਜਾਂਦੀ ਆ, ਠੀਕ ਹੈ, ਜਾਂ ਲੋਕਾਂ ਦੀ ਭਲਾਈ ਲਈ ਕੋਈ ਵੀ ਡਿਸੀਜ਼ਨ ਲੈਣਾ ਵਾ ਤਾਂ ਉਹ ਆਪਣੇ ਅਕੋਰਡਿੰਗ ਲੈ ਸਕਦਾ। ਕੋਈ ਜਿਹੜੀ ਦੂਸਰੀ ਕੰਟਰੀ ਆ ਇਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਐਕਸਟਰਨਲ ਅਫੇਅਰ ਦੇ ਵਿੱਚ ਮਤਲਬ ਉਹਨੇ ਕਿਸੇ ਫੋਰਨ ਕੰਟਰੀ ਦੇ ਨਾਲ ਆਪਣੇ ਫਰੈਂਡ ਰਿਲੇਸ਼ਨਸ ਬਣਾਉਣੇ ਨੇ ਤਾਂ ਆਪਣੀ ਮਰਜ਼ੀ ਦੇ ਨਾਲ ਬਣਾ ਸਕਦਾ। ਕੋਈ ਜਿਹੜੀ ਦੂਸਰੀ ਕੰਟਰੀ ਆ ਉਹਨੂੰ ਇਹ ਨਹੀਂ ਕਹਿ ਸਕਦੀ ਤੂੰ ਇਹਦੇ ਨਾਲ ਰਿਲੇਸ਼ਨਸ ਨਹੀਂ ਬਣਾ ਸਕਦਾ। ਉਹ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਇੰਪੋਰਟ ਕਰ ਸਕਦਾ, ਠੀਕ ਆ, ਕਿਸੇ ਵੀ ਚੀਜ਼ ਦਾ ਐਕਸਪੋਰਟ ਕਰ ਸਕਦਾ। ਕੋਈ ਜਿਹੜੀ ਦੂਸਰੀ ਕੰਟਰੀ ਹੈ ਇਹਦੇ ਵਿੱਚ ਇੰਟਰਫੇਅਰ ਨਹੀਂ ਕਰੂਗੀ। ਅੱਗੇ ਆ ਸੋਸ਼ਲਿਸਟ ਸਟੇਟ ਮਤਲਬ ਸਮਾਜਵਾਦੀ ਸਟੇਟ। ਬਾਈ ਅ ਸੋਸ਼ਲਿਸਟ ਸਟੇਟ ਵੀ ਮੀਨ ਅ ਸਟੇਟ in which all the citizens enjoy equality in social and economic field. In it there is no concentration of wealth and resources in a few hands. The state makes effort to decrease economic inequalities. It means ਸਮਾਜਵਾਦੀ ਸਟੇਟ ਦਾ ਮਤਲਬ ਹੈ ਕਿ ਜਿਹੜੇ ਸਾਰੇ ਸਿਟੀਜ਼ਨਸ ਨੇ ਉਹਨਾਂ ਨੂੰ ਸੋਸ਼ਲ ਐਂਡ ਇਕਨੋਮਿਕ ਫੀਲਡ ਦੇ ਵਿੱਚ ਇਕੁਐਲਿਟੀ ਮਿਲੂਗੀ, ਇਕੁਅਲ ਰਾਈਟਸ ਮਿਲਣਗੇ। ਮਤਲਬ ਕਿਸੇ ਨਾਲ ਸਮਾਜਿਕ ਤੌਰ 'ਤੇ ਮਤਲਬ ਉਹਦੇ ਰੰਗ ਦੇ, ਠੀਕ ਹੈ, ਉਹਦੀ ਜਾਤ ਨੂੰ ਲੈ ਕੇ ਜਾਂ ਉਹਦੇ ਨਸਲ ਨੂੰ ਲੈ ਕੇ ਜਾਂ ਮੇਲ ਜਾਂ ਫੀਮੇਲ ਨੂੰ ਲੈ ਕੇ ਕੋਈ ਵੀ ਜਿਹੜਾ ਭੇਦਭਾਵ ਨਹੀਂ ਕੀਤਾ ਜਾਊਗਾ। ਇਕਨੋਮਿਕ ਫੀਲਡ ਦੇ ਮਤਲਬ ਵੀ ਕੋਈ ਵੀ ਜਿਹੜਾ ਪਰਸਨ ਆ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਜਿਹੜਾ ਬਿਜ਼ਨਸ ਆ ਉਹ ਕਰ ਸਕਦਾ ਵਾ, ਠੀਕ ਹੈ, ਕਿਤੇ ਵੀ ਜਿਹੜੀ ਜੋਬ ਆ ਉਹ ਲੈ ਸਕਦਾ ਵਾ। ਜਿਹੜਾ ਕੋਈ ਪਰਸਨ ਆ ਇਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਇਸ ਦੇ ਨਾਲ ਨਾਲ ਹੀ ਜਿਹੜੀ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜਾ ਅਮੀਰ ਅਤੇ ਜਿਹੜਾ ਗਰੀਬ ਦਾ ਜੋ ਅੰਤਰ ਆ ਉਹਨੂੰ ਡਿਕਰੀਜ਼ ਕੀਤਾ ਜਾ ਸਕੇ, ਠੀਕ ਹੈ। ਇਹਦੇ ਲਈ ਜਿਹੜੇ ਸਟੇਟ ਆ ਉਹ ਐਫਰਟਸ ਕਰੂਗੀ ਜਿਹਦੇ ਨਾਲ ਜਿਹੜੇ ਇਕਨੋਮਿਕ ਇਨਕੁਐਲਿਟੀਜ਼ ਨੇ, ਠੀਕ, ਆਰਥਿਕ ਜਿਹੜੇ ਅਸਮਾਨਤਾਵਾਂ ਪਾਈਆਂ ਜਾਂਦੀਆਂ ਨੇ, ਜਿਵੇਂ ਕਿ ਜਿਹੜੇ ਲੋਕ ਜ਼ਿਆਦਾ ਅਮੀਰ ਨੇ ਤਾਂ ਜ਼ਿਆਦਾ ਲੋਕ ਗਰੀਬ ਨੇ, ਜਿਹੜੀ ਉਹ ਇਨਕੁਐਲਿਟੀ ਆ ਉਹ ਘੱਟ ਸਕੇ। ਅੱਗੇ ਆ ਸੈਕੂਲਰ ਸਟੇਟ ਮਤਲਬ ਧਰਮ ਨਿਰਪੱਖ। ਅ ਸੈਕੂਲਰ ਸਟੇਟ ਹੈਜ਼ ਨੋ ਰਿਲੀਜਨ ਆਫ ਇਟਸ ਓਨ, no discrimination ਮਤਲਬ ਭੇਦਭਾਵ, is made on the basis of religion. Every citizen is free to adopt and worship ਮਤਲਬ ਪੂਜਾ ਕਰਨੀ, religion of his her own choice। ਇਸ ਦਾ ਮਤਲਬ ਹੈ ਕਿ ਜਿਹੜੀ ਸੈਕੂਲਰ ਸਟੇਟ ਹੁੰਦੀ ਆ, ਧਰਮ ਨਿਰਪੱਖ ਸਟੇਟ ਹੁੰਦੀ ਆ, ਉਹਦਾ ਕੋਈ ਆਪਣਾ ਧਰਮ ਨਹੀਂ ਹੁੰਦਾ। ਧਰਮ ਦੇ ਨਾਂ 'ਤੇ ਲੈ ਕੇ ਕਿਸੇ ਦੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ।
ਹਰੇਕ ਜਿਹੜਾ ਸਿਟੀਜ਼ਨ ਆ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਜਿਹੜਾ ਧਰਮ ਆ ਉਹਨੂੰ ਅਡੋਪਟ ਕਰ ਸਕਦਾ, ਠੀਕ ਹੈ, ਅਤੇ ਕਿਸੇ ਵੀ ਧਰਮ ਦੀ ਪੂਜਾ ਕਰ ਸਕਦਾ। ਕੋਈ ਨਾ ਉਹਨੂੰ ਕੋਈ ਸਟੇਟ ਮਨਾ ਕਰ ਸਕਦੀ ਆ, ਠੀਕ ਹੈ, ਨਾ ਹੀ ਕੋਈ ਉਹਨੂੰ ਗਵਰਨਮੈਂਟ, ਨਾ ਹੀ ਕੋਈ ਉਹਨੂੰ ਕੋਈ ਪਰਸਨ ਮਨਾ ਕਰ ਸਕਦਾ ਕਿ ਤੂੰ ਆਹ ਵਾਲਾ ਧਰਮ ਨਹੀਂ ਅਡੋਪਟ ਕਰ ਸਕਦਾ, ਠੀਕ ਹੈ, ਜਾਂ ਆਹ ਵਾਲੇ ਧਰਮ ਦੀ ਪੂਜਾ ਨਹੀਂ ਕਰ ਸਕਦਾ। ਉਹਦੀ ਮਰਜ਼ੀ ਆ, ਉਹ ਆਪਣੇ ਅਕੋਰਡਿੰਗ ਆਪਣੇ ਧਰਮ ਦੀ ਪੂਜਾ ਕਰ ਸਕਦਾ। ਅੱਗੇ ਆ ਡੈਮੋਕ੍ਰੇਟਿਕ ਸਟੇਟ, ਮਤਲਬ ਲੋਕਤੰਤਰੀ ਸਟੇਟ। By a democratic state in which all the citizens enjoy equal rights, they elect their own representative who form the government. It means ਜਿਹੜੇ ਲੋਕਤੰਤਰੀ ਰਾਜ ਹੁੰਦਾ ਉਹਦੇ ਵਿੱਚ ਜਿਹੜਾ ਹਰੇਕ ਸਿਟੀਜ਼ਨ ਆ ਉਹਨੂੰ ਇਕੁਅਲਸ ਰਾਈਟ ਮਿਲੇ ਹੁੰਦੇ ਨੇ। ਜਿਹੜੇ ਆਪਾਂ ਨੂੰ 6 ਫੰਡਾਮੈਂਟਲ ਰਾਈਟਸ ਮਿਲੇ ਨੇ ਉਹ ਸਾਰੇ ਲੋਕਾਂ ਨੂੰ ਮਿਲੇ ਹੋਏ ਨੇ। ਕੋਈ ਵੀ ਕਿਸੇ ਵੀ ਵਿਅਕਤੀ ਦੇ ਰਾਈਟਸ ਨੇ ਉਹਨਾਂ ਨੂੰ ਨਹੀਂ ਖੋ ਸਕਦਾ, ਠੀਕ ਹੈ, ਨਾ ਹੀ ਕੋਈ ਜਿਹੜੀ ਸਟੇਟ ਹੈ ਅਤੇ ਨਾ ਹੀ ਕੋਈ ਪਰਸਨ ਕਿਸੇ ਪਰਸਨ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਖੋ ਸਕਦਾ। ਜਿਹੜੇ ਰਾਈਟਸ ਤੁਹਾਨੂੰ ਮਿਲੇ ਹੋਏ ਨੇ ਉਹੀ ਰਾਈਟਸ ਤੁਹਾਡੇ ਨਾਲ ਵਾਲੇ ਨੂੰ ਵੀ ਮਿਲੇ ਹੋਏ ਨੇ। ਇਸ ਤਰ੍ਹਾਂ ਜਿਹੜਾ ਕੋਈ ਪਰਸਨ 18 ਈਅਰਸ ਦਾ ਜਾਂ 18 ਤੋਂ ਅਬਵ ਆ ਉਹਨੂੰ ਵੋਟ ਪਾਉਣ ਦਾ ਰਾਈਟ ਮਿਲਿਆ ਹੋਇਆ, ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਪਰਸਨ ਨੂੰ ਵੋਟ ਪਾ ਸਕਦਾ, ਠੀਕ ਹੈ। ਜਿਹਨੂੰ ਵੋਟ ਪਾਊਗਾ, ਜਿਹਨੂੰ ਮੈਜੋਰਿਟੀ ਆਫ ਵੋਟ ਹਾਸਿਲ ਹੋਣਗੀਆਂ, ਠੀਕ ਹੈ, ਉਹ ਮਿਲ ਕੇ ਜਿਹੜੇ ਗਵਰਨਮੈਂਟ ਆ ਉਹਨੂੰ ਚਲਾਉਣਗੇ। ਅੱਗੇ ਆ ਰਿਪਬਲਿਕ ਸਟੇਟ, ਮਤਲਬ ਗਣਰਾਜ। ਬਾਏ ਰਿਪਬਲਿਕ ਵੀ ਮੀਨ that the head of the state is elected directly or indirectly for a fixed period. The president of India is elected for a fixed period. ਗਣਰਾਜ ਦਾ ਮਤਲਬ ਆ ਕਿ ਜਿਹੜਾ ਸਟੇਟ ਦਾ ਹੈੱਡ ਹੋਊਗਾ ਉਹਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਫਿਕਸਡ ਪੀਰੀਅਡ ਦੇ ਲਈ ਹੀ ਚੁਣਿਆ ਜਾਊਗਾ। ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜਾ ਇੱਕ ਵਾਰ ਸਟੇਟ ਦਾ ਹੈੱਡ ਬਣ ਗਿਆ ਉਹ ਹਮੇਸ਼ਾ ਦੇ ਲਈ ਉਹੀ ਰਹੂਗਾ, ਠੀਕ ਹੈ। ਜਿਵੇਂ ਇੰਡੀਆ ਦੇ ਵਿੱਚ ਹਰੇਕ 5 ਸਾਲ ਬਾਅਦ ਇਲੈਕਸ਼ਨਸ ਹੁੰਦੀਆਂ ਨੇ ਅਤੇ ਜਿਹੜੇ ਪ੍ਰੈਜ਼ੀਡੈਂਟ ਬਣਦੇ ਨੇ, ਠੀਕ ਹੈ, ਪ੍ਰਾਈਮ ਮਿਨਿਸਟਰ ਬਣਦਾ ਅਤੇ ਚੀਫ ਮਿਨਿਸਟਰ ਬਣਦਾ, ਇਹ ਚੇਂਜ ਹੁੰਦੇ ਰਹਿੰਦੇ ਨੇ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਇੰਡੀਆ ਦਾ ਪ੍ਰੈਜ਼ੀਡੈਂਟ ਆ ਉਹ ਵੀ ਫਿਕਸਡ ਪੀਰੀਅਡ ਦੇ ਲਈ ਹੀ ਚੁਣਿਆ ਜਾਂਦਾ ਵਾ। ਅਤੇ ਇਹ ਵੀ ਨਹੀਂ ਹੈਗਾ ਕਿ ਮੰਨ ਕੇ ਚਲੋ ਜੋ ਆਪਣਾ ਅੱਜ ਪ੍ਰੈਜ਼ੀਡੈਂਟ ਬਣਿਆ ਹੋਇਆ ਕੱਲ੍ਹ ਨੂੰ ਉਹਦਾ ਬੇਟਾ ਪ੍ਰੈਜ਼ੀਡੈਂਟ ਬਣ ਜਾਊਗਾ, ਇਸ ਤਰ੍ਹਾਂ ਨਹੀਂ ਹੁੰਦਾ, ਠੀਕ ਹੈ। ਜਿਹੜੇ ਇਲੈਕਸ਼ਨਸ ਹੋਣਗੀਆਂ, ਜਿਹਨੂੰ ਮੈਜੋਰਿਟੀ ਆਫ ਵੋਟ ਹਾਸਿਲ ਹੋਣਗੀਆਂ, ਉਹੀ ਜਿਹੜਾ ਪਰਸਨ ਆ ਸਟੇਟ ਨੂੰ ਚਲਾਊਗਾ, ਉਹੀ ਜਿਹੜਾ ਆਪਣਾ ਗਵਰਨਮੈਂਟ ਨੂੰ ਰਨ ਕਰੂਗਾ। ਥੈਂਕ ਯੂ।